ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ BA ਸਮੈਸਟਰ 2 ਪੰਜਾਬੀ ਲਾਜ਼ਮੀ ਦੇ ਵਿੱਚ ਆਪਾਂ ਚੈਪਟਰ ਨੰਬਰ 16 ਚ ਕਵਰ ਕਰਾਂਗੇ ਚਿਹਰੇ ਤੇ ਖਿੜੀ ਕਵਿਤਾ ਜਿਹੜਾ ਕਿ ਪੁਰਸਿੱਧ ਨਿਬੰਧ ਸੰਗ੍ਰਹਿ ਤੋਂ ਲਿਖੀ ਗਈ ਹੈ ਜਿਹੜਾ ਕਿ ਨਵਤੇਜ ਭਾਰਤੀ ਦੁਆਰਾ ਲਿਖੇ ਹੋਏ ਨਿਬੰਧਾਂ ਦਾ ਸੰਗ੍ਰਹਿ ਹੈ। ਤਾਂ ਇਹ ਕਵਿਤਾ ਦੇ ਵਿਚਾਰ ਜਿਹੜੇ ਨੇ ਪ੍ਰਗਟ ਕੀਤੇ ਗਏ ਨੇ ਇਸ ਦੇ ਵਿੱਚ ਕਿ ਅਗਰ ਕਵਿਤਾ ਨੂੰ ਪੜ੍ਹ ਕੇ ਪਾਠਕਾਂ ਦਾ ਹੁੰਗਾਰਾ ਚੰਗਾ ਨਹੀਂ ਮਿਲਦਾ ਤਾਂ ਚਿਹਰੇ ਤੇ ਜਿਹੜਾ ਹੈ ਇੱਕ ਤਰ੍ਹਾਂ ਆਪਾਂ ਕਹਿੰਦੇ ਆ ਆਨੰਦ ਨਹੀਂ ਆਉਂਦਾ। ਠੀਕ ਹੈ, ਤਾਂ ਚਿਹਰੇ ਤੇ ਜਿਹੜੀ ਹੈਗੀ ਹੈ ਕਵਿਤਾ ਨਹੀਂ ਖਿੜਦੀ। ਸੋ ਬਹੁਤ ਹੀ ਅਨਮੋਲ ਵਿਚਾਰ ਪ੍ਰਗਟ ਕੀਤੇ ਨੇ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਭਰ ਕੇ ਲਾਈਕਸ ਅਗਰ ਆਉਣਗੇ, ਭਰ ਕੇ ਵਿਊਜ਼ ਆਉਣਗੇ, ਕਮੈਂਟਸ ਆਉਣਗੇ ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲੇਗੀ ਤੇ ਮੈਂ ਵੱਧ ਤੋਂ ਵੱਧ ਤੁਹਾਡੇ ਲਈ ਜਿਹੜਾ ਹੈ ਕੰਟੈਂਟ ਲੈ ਕੇ ਆਉਂਦੀ ਰਹਾਂਗੀ। ਤਾਂ ਚੈਨਲ ਨੂੰ ਆਪਣੇ ਸੀਨੀਅਰਸ ਦੇ ਨਾਲ, ਜੂਨੀਅਰਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਸੋ ਸਟਾਰਟ ਕਰਦੇ ਹਾਂ। ਚਿਹਰੇ ਤੇ ਖਿੜੀ ਕਵਿਤਾ। ਚਿਹਰੇ ਤੇ ਖਿੜੀ ਕਵਿਤਾ ਨਿਬੰਧ ਦਾ ਵਿਸ਼ਾ ਜਿਹੜਾ ਹੈ ਨਵਤੇਜ ਭਾਰਤੀ ਲੇਖਕ ਦੇ ਦੁਆਰਾ ਜਿਹੜਾ ਹੈ ਆਪਣੀ ਕਵਿਤਾ ਲਈ ਪਾਠਕਾਂ ਵੱਲੋਂ ਮਿਲੀ ਪ੍ਰਸ਼ੰਸਾ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਸੰਬੰਧੀ ਵਿਚਾਰ ਪੇਸ਼ ਕਰਨਾ ਹੈ। ਤਾਂ ਇਸ ਦੇ ਵਿੱਚ ਉਹਨਾਂ ਨੇ ਵਿਚਾਰ ਪ੍ਰਗਟ ਕੀਤੇ ਨੇ ਕਿ ਜਿਹੜੇ ਉਸਨੇ ਕਵਿਤਾ ਲਿਖੀ ਹੈ ਤਾਂ ਪਾਠਕਾਂ ਵੱਲੋਂ ਜਿਹੜੀ ਪ੍ਰਸ਼ੰਸਾ ਪ੍ਰਾਪਤ ਹੁੰਦੀ ਹੈ ਤਾਂ ਉਹਨੂੰ ਆਨੰਦ ਮਹਿਸੂਸ ਹੁੰਦਾ ਹੈ, ਤਾਂ ਉਹ ਉਸਦੇ ਚਿਹਰੇ ਤੋਂ ਵੀ ਝਲਕਦਾ ਹੈ। ਠੀਕ ਹੈ, ਤੇ ਲੇਖਕ ਅਨੁਸਾਰ ਕਵੀ, ਕਰਤਾ ਅਤੇ ਮਾਧਿਅਮ ਦੋਹਾਂ ਦੇ ਵਿੱਚੋਂ ਕੋਈ ਇੱਕ ਜਾਂ ਦੋਵੇਂ ਹੋਣ ਦੀ ਸੂਰਤ ਵਿੱਚ ਕਵਿਤਾ ਦੀ ਪ੍ਰਸ਼ੰਸਾ ਤੋਂ ਆਨੰਦ ਪ੍ਰਾਪਤ ਨਹੀਂ ਕਰ ਸਕਦਾ। ਤੇ ਇੱਕ ਤਾਂ ਦੇਖੋ ਕਰਤਾ ਜਿਹੜਾ ਕਵਿਤਾ ਲਿਖ ਰਿਹਾ, ਮਾਧਿਅਮ ਜਿਸ ਥਰੂ ਲਿਖਿਆ ਜਾ ਰਿਹਾ। ਠੀਕ ਹੈ, ਤਾਂ ਕਹਿੰਦਾ ਅਗਰ ਦੋਨੋਂ ਮਿਲ ਰਹੇ ਨੇ ਜਾਂ ਦੋਨੋਂ ਚੋਂ ਇੱਕ ਮਿਲ ਰਿਹਾ ਜਾਂ ਕੋਈ ਨਹੀਂ ਮਿਲ ਰਿਹਾ ਤਾਂ ਇੰਨਾ ਆਨੰਦ ਪ੍ਰਾਪਤ ਨਹੀਂ ਹੁੰਦਾ। ਤਾਂ ਲੇਖਕ ਕਹਿੰਦਾ ਕਿ ਆਪਣੀ ਕਵਿਤਾ ਦੀ ਪ੍ਰਸ਼ੰਸਾ ਸੁਣ ਕੇ ਉਸਦਾ ਚਿਹਰਾ ਇੰਨਾ ਨਹੀਂ ਖਿੜਦਾ ਕਿਉਂਕਿ ਉਹਨੂੰ ਪਤਾ ਹੈ ਕਿ ਹਲੇ ਉਹ ਨਿਊ ਕਵਿਤਾ ਲਿਖ ਰਿਹਾ। ਠੀਕ ਹੈ, ਹਲੇ ਉਹ ਹੁਣੀ ਲਿਖਣ ਲੱਗਿਆ ਕਵਿਤਾਵਾਂ। ਲੇਕਿਨ ਲੇਖਕ ਜਿਹੜਾ ਹੈ ਨਿਬੰਧ ਬਹੁਤ ਅੱਛੇ ਲਿਖਦਾ ਸੀ, ਹੈ ਨਾ। ਲੇਖਕ ਅੱਛਾ ਸੀ ਬਟ ਜਿਹੜਾ ਪੋਇਟ ਹੈਗਾ ਉਹ ਇੰਨਾ ਵਧੀਆ ਨਹੀਂ ਸੀ। ਸਿਰਫ ਕਹਿੰਦਾ ਵੀ ਮੈਂ ਪੋਇਟ ਆਪਣਾ ਪੋਇਮਸ ਲਿਖਦਾ ਥੋੜ੍ਹੀਆਂ ਬਹੁਤੀਆਂ, ਤਾਂ ਕਹਿੰਦਾ ਮੈਨੂੰ ਇੰਨੀ ਪ੍ਰਸ਼ੰਸਾ ਨਹੀਂ ਹੁੰਦੀ ਕਿਉਂਕਿ ਉਹਨੂੰ ਪਤਾ ਹੈ ਵੀ ਹਾਲੇ ਜਿਹੜਾ ਹੈ ਮੈਂ ਇਸ ਚੀਜ਼ 'ਚ ਨਵਾਂ ਕਵਿਤਾ ਲਿਖਣ 'ਚ। ਤਾਂ ਕਹਿੰਦਾ ਮੇਰਾ ਪ੍ਰਸ਼ੰਸਾ ਸੁਣ ਕੇ ਉਹਦਾ ਚਿਹਰਾ ਇੰਨਾ ਨਹੀਂ ਖਿੜਦਾ ਜਿਵੇਂ ਕਿ ਉਸਦੀ 8 ਸਾਲ ਦੀ ਕੀਰਤ ਹੈ। ਉਸਦਾ ਚਿਹਰਾ ਆਪਣੀਆਂ ਵਾਹੀਆਂ ਜਿਹੜੀਆਂ ਮੂਰਤੀਆਂ ਨੇ, ਕੀਚ ਕਚੋਲੇ, ਹੈ ਨਾ, ਛੋਟੇ ਬੱਚੇ ਘੁੱਗੂ ਕਾਂਗੜੇ ਬਣਾਉਂਦੇ ਨੇ, ਤਾਂ ਉਹਦੀ ਸਿਫਤ ਪ੍ਰਸ਼ੰਸਾ ਸੁਣ ਕੇ ਜਿਹੜਾ ਕਹਿੰਦਾ ਵੀ ਮੇਰਾ ਮਨ ਖਿੜ ਜਾਂਦਾ ਕਿਉਂਕਿ ਮੈਂ ਜਦੋਂ ਉਸਨੂੰ ਕਹਿੰਦਾ ਵੀ ਬਹੁਤ ਸੋਹਣਾ ਬਣਾਇਆ ਤਾਂ ਉਹ ਖਿੜ ਜਾਂਦੀ ਹੈ। ਤਾਂ ਉਹ ਜਦੋਂ ਖਿੜਦੀ ਹੈ ਤਾਂ ਜਿਹੜਾ ਹੈ ਕਹਿੰਦਾ ਵੀ ਮੈਨੂੰ ਜਿਹੜਾ ਹੈ ਬਹੁਤ ਸਕੂਨ ਮਹਿਸੂਸ ਹੁੰਦਾ ਤੇ ਮੇਰਾ ਵੀ ਚਿਹਰਾ ਜਿਹੜਾ ਹੈ ਖੁਸ਼ੀ ਨਾਲ ਭਰ ਜਾਂਦਾ ਹੈ ਕਿਉਂਕਿ ਕੀਰਤ ਖੁਸ਼ ਹੈ। ਠੀਕ ਹੈ, ਕਹਿੰਦੇ ਵੀ ਮੈਂ ਅੰਦਰੋਂ ਖੁਸ਼ ਹੁੰਨਾ ਪਰ ਲੁਕਾਉਣ ਦਾ ਕੀ ਕਰਦਾ, ਸਵਾਂਗ ਵੀ ਮਤਲਬ ਲੁਕਾਉਣ ਦਾ ਸ਼ੋਅ ਆਫ ਕਰਦਾ ਵੀ ਮੈਂ ਜਿਹੜਾ ਹੈ ਮੈਨੂੰ ਇੰਨੀਆਂ ਜ਼ਿਆਦਾ ਪਸੰਦ ਨਹੀਂ ਆਈਆਂ। ਬਹੁਤ ਖੁਸ਼ ਹੁੰਨਾ ਕਹਿੰਦਾ ਮੈਂ ਅੰਦਰੋਂ ਪਰ ਆਪਣੀ ਖੁਸ਼ੀ ਲੁਕੋ ਲੈਣਾ। ਲੇਖਕ ਕਹਿੰਦਾ ਕਿ ਕਵਿਤਾ ਦੀ ਪ੍ਰਸ਼ੰਸਾ ਉਸ ਤੱਕ ਨਹੀਂ ਸਗੋਂ ਪਾਠਕਾਂ ਦਾ ਹੁੰਗਾਰਾ ਵੀ ਹੁੰਦੀ ਹੈ ਕਿ ਅਗਰ ਕੋਈ ਕਵਿਤਾ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਜਿਵੇਂ ਹੁਣ ਸਾਡੇ ਅਗਰ ਨਵਤੇਜ ਭਾਰਤੀ ਦੀ ਕੋਈ ਅਸੀਂ ਪੋਇਮ ਕਵਿਤਾ ਪੜ੍ਹ ਰਹੇ ਹਾਂ ਤਾਂ ਜਦੋਂ ਸਾਨੂੰ ਪਸੰਦ ਨਹੀਂ ਆਈ, ਸੀ ਹੁੰਗਾਰਾ ਨਹੀਂ ਦਿੰਦੇ ਕਿ ਬਹੁਤ ਵਧੀਆ, ਤਾਂ ਉਹ ਜਿਹੜਾ ਹੈ ਲੇਖਕ ਦੀ ਉਸਤਤ ਨਹੀਂ ਹੁੰਦੀ। ਇਹ ਬਹੁਤ ਹੀ ਜ਼ਰੂਰੀ ਹੁੰਦੀ ਹੈ। ਤਾਂ ਜਿਹੜੀ ਕਵਿਤਾ ਦੀ ਕੋਈ ਵੀ ਰਾਈਟਿੰਗ ਹੈ, ਚਾਹੇ ਉਹ ਕਵਿਤਾ ਹੀ ਹੈ ਚਾਹੇ ਕੁਛ ਵੀ ਹੈ, ਤਾਂ ਕੋਈ ਵੀ ਚੀਜ਼ ਹੈ ਤਾਂ ਉਸਦੇ ਲਈ ਜਿਹੜਾ ਹੈ ਹੁੰਗਾਰਾ ਪਾਠਕਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਜਿਹੜੀ ਕਵਿਤਾ ਪਾਠਕ ਦਾ ਹੁੰਗਾਰਾ ਨਹੀਂ ਲੈਂਦੀ ਉਹ ਪ੍ਰਮਾਣਕ ਨਹੀਂ ਹੋ ਸਕਦੀ, ਉਸਨੂੰ ਵੈਰੀਫਿਕੇਸ਼ਨ ਉਹਦੀ ਨਹੀਂ ਹੁੰਦੀ। ਠੀਕ ਹੈ, ਜਿਹੜੀ ਵੀ ਹੁੰਗਾਰਾ ਨਹੀਂ ਲੈਂਦੀ ਕਿ ਪਾਠਕਾਂ ਨੂੰ ਚਾਹੀਦਾ ਯੈਸ ਜਾਂ ਨੋ ਉਸ ਦੇ ਬਾਰੇ ਜ਼ਰੂਰ ਕਹਿਣ। ਪ੍ਰਸ਼ੰਸਾ ਅਤੇ ਹੁੰਗਾਰਾ ਮਿਲਣ ਦਾ ਮਤਲਬ ਹੈ ਕਿ ਇਹ ਕਵਿਤਾ ਉਸ ਦੀ ਯਾਨੀ ਕਿ ਕਵੀ ਦੀ ਆਪਣੀ ਰਚਨਾ ਹੈ। ਜੇ ਹੁੰਗਾਰਾ ਮਿਲ ਰਿਹਾ, ਜੇ ਹੁੰਗਾਰਾ ਨਹੀਂ ਮਿਲੇਗਾ ਤਾਂ ਉਹ ਪ੍ਰਮਾਣਕ ਨਹੀਂ ਹੋਏਗੀ। ਜੇਕਰ ਇਸ ਕਵਿਤਾ ਨੂੰ ਸੁਣ ਕੇ ਕਵੀ ਦਾ ਚਿਹਰਾ ਨਹੀਂ ਖਿੜਦਾ ਤਾਂ ਕਵੀ ਪਾਠਕ ਅਤੇ ਕਵਿਤਾ ਦੋਹਾਂ ਦਾ ਅਪਮਾਨ ਕਰਦਾ ਹੈ। ਠੀਕ ਹੈ, ਕਹਿੰਦਾ ਵੀ ਜੇ ਕਵਿਤਾ ਨੂੰ ਸੁਣ ਕੇ ਕਵੀ ਦਾ ਚਿਹਰਾ ਨਹੀਂ ਖਿੜਦਾ ਕਿਉਂਕਿ ਉਹਦੀ ਪ੍ਰਸ਼ੰਸਾ ਨਹੀਂ ਹੋ ਰਹੀ ਤਾਂ ਉਹਨੂੰ ਪੜ੍ਹ ਕੇ ਉਸਨੂੰ ਲਿਖ ਕੇ ਅਗਰ ਉਸਦਾ ਚਿਹਰਾ ਨਹੀਂ ਖਿੜ ਰਿਹਾ ਤਾਂ ਇਟ ਮੀਨਸ ਜਿਹੜਾ ਹੈ ਪਾਠਕ ਅਤੇ ਕਵਿਤਾ ਦੋਹਾਂ ਦਾ ਉਹ ਅਪਮਾਨ ਕਰ ਰਿਹਾ। ਠੀਕ ਹੈ, ਜਿਹੜੇ ਉਹਨੂੰ ਪੜ੍ਹ ਰਹੇ ਨੇ ਅਤੇ ਜਿਹੜੀ ਉਹਨੇ ਕਵਿਤਾ ਲਿਖੀ ਹੈ। ਤਾਂ ਹੁੰਗਾਰਾ ਜਿਹੜਾ ਹੈ, ਪ੍ਰਸ਼ੰਸਾ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ। ਤਾਂ ਕਵਿਤਾ ਉਹ ਹੋਣੀ ਚਾਹੀਦੀ ਹੈ ਜਿਸ ਨੂੰ ਪੜ੍ਹ ਕੇ ਪਾਠਕ ਆਪਣੇ ਵਿਚਾਰ ਹਾਂ ਜਾਂ ਨਾ 'ਚ ਦੱਸਣ। ਹਾਂ ਪਸੰਦ ਆਈ ਹੈ, ਨਾ ਪਸੰਦ ਨਹੀਂ ਆਈ ਤਾਂ ਅੱਗੇ ਉਹ ਹੋਰ ਸੁਧਾਰੇਗਾ। ਅਗਰ ਨਾ ਆਈ ਹੈ, ਕਹਿੰਦਾ ਅਗਰ ਹਾਂ ਆਈ ਹੈ ਤਾਂ ਹੋਰ ਵਧੀਆ ਲਿਖੂਗਾ। ਤਾਂ ਲੇਖਕ ਕਹਿੰਦਾ ਹੈ ਕਿ ਉਹ ਇਸ ਸੰਬੰਧੀ ਸਪਸ਼ਟ ਨਹੀਂ ਹੈ ਕਿ ਉਸਦੀ ਕਵਿਤਾ ਨਾਲ ਰਿਸ਼ਤਾ ਕਰਤਾ ਦਾ ਹੈ ਜਾਂ ਮਾਧਿਅਮ ਦਾ। ਜੇ ਉਹ ਕਰਤਾ ਹੈ ਤਾਂ ਕਵਿਤਾ ਦੀ ਪ੍ਰਸ਼ੰਸਾ ਉਸਦੀ ਆਪਣੀ ਹੈ ਵੀ ਜੇ ਤਾਂ ਮੈਂ ਕਰਤਾ, ਮੈਂ ਲਿਖ ਰਿਹਾ ਕਵਿਤਾ ਕੋਈ ਲਿਖ ਰਿਹਾ ਤਾਂ ਮੇਰੀ ਜਿਹੜੀ ਪ੍ਰਸ਼ੰਸਾ ਕਵਿਤਾ ਦੀ ਹੋ ਰਹੀ ਹੈ ਉਹ ਮੇਰੀ ਆਪਣੀ ਪ੍ਰਸ਼ੰਸਾ ਹੈ। ਪਰ ਜੇ ਕਵਿਤਾ ਮਾਧਿਅਮ ਹੈ ਤਾਂ ਕਵਿਤਾ ਉਸ ਤੋਂ ਕਿਸੇ ਵੱਡੇ ਸਰੋਤ ਦੇ ਨਾਲ ਜੁੜੀ ਹੋਈ ਹੈ ਤੇ ਉਹ ਕਵਿਤਾ ਦੀ ਉਸਤਤ ਕਰਕੇ ਸੁਣ ਕੇ ਬੜਾ ਖੁਸ਼ ਹੋਵੇਗਾ। ਉਸਨੂੰ ਇਹ ਮਾਣ ਹੋਵੇਗਾ ਕਿ ਇਹ ਕਵਿਤਾ ਨੂੰ ਲਿਖਣ ਵਾਲੀ ਕਲਮ ਅਤੇ ਹੱਥ ਉਸਦੇ ਨੇ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਨੇ
कि वो लिखारी भी धन है जिस राही सच लिखा जाता, क्योंकि जड़ियाँ कवितावां या कोई भी राइटिंग आप लिख रहे हैं तो वो सच्ची ही होंगी है, तो लिखारी भी लिखण वाला धन है क्योंकि वो सच लिख रहा। अर्थात जो सच्चियां रचनावां लिखते हैं धन अते महान उही हुंदे, गुरु नानक देव जी कह रहे हैं। हुण लेखक कहता कि बाणी अते बाणीकार, बाणी जिहड़े बाणी रचते हैं अते बाणी ठीक है बाणीकार जिहड़े बाणी रचते हैं, तो कहते बाणी अते बाणीकार दा आपस दे विच जिहड़ा रिश्ता है वो स्पष्ट है। बाणी किसी भी बाणीकार दे लई पूजनयोग है क्योंकि वो उस द्वारा रची जाती है। कहा जाता है कहते जो पोथी की रचना कर रही सी ना गुरु अर्जन देव जी, ये संपूर्ण हो गई सी, तो वो उस समय उन्होंने जो भी ये कारज पूरा हो गया पोथियां लिखण का, तो उन्होंने अपना आसन जिहड़ा सी नीवा कर लिया सी। अदरवाइज वो उच्चे चबूतरे के उत्ते चढ़ के बैठते होंदे सी जो पोथियां दी रचना हो रही सी। कहते जो पोथियां की रचना हो गई तो उन्होंने अपना आसन जिहड़ा सी नीवा करके जिहड़ा सी लगा लिया सी, क्योंकि वो अपने आप दे विच एक आदर सत्कार देने वाली ही गल सी कि वो पोथी नूं बहुत ही आत्म जिहड़ा सी सत्कार दे रहे सीगे। ठीक है, लेखक इस कविता संबंधी लिखे हुए निबंध च कहता कि वो कविता का करता ते माध्यम दोनों बनना चाहता है। वो ये भी चाहता है कि उसकी कविता की प्रशंसा सुन के उसके चेहरे के उत्ते कीरत दे वांग एक चमक दिखे, एक खुशी दिखे अते उसके चेहरे के उत्ते जिहड़ी है वो कविता नज़र आवे, खिड़ी हुई कविता नज़र आवे। ਉਹ ਹਜੇ कविता की सिरजना ਅਤੇ ਉਸਤਤ ਦੇ आनंद तो हीण है क्योंकि इन्नी अच्छी कविता की रचना हाले तक उन्हें नहीं की। इस तरह इस निबंध के विच लेखक ने बौद्धिक विचार प्रगट किए हैं ਅਤੇ एक रोचक निबंध हैगा, जिहड़ी भाषा है बहुत सरल सुचज्जी है ਅਤੇ स्पष्ट है। शॉर्ट क्वेश्चन करांगे, शॉर्ट क्वेश्चन इज़ द शॉर्ट क्वेश्चन इज़ थोड़े ਜਿਹੇ हैं। ठीक है, तो संखेप उत्तरां वाले प्रश्न, चेहरे ते खिड़ी कविता निबंध का विषय वस्तु की है, तो आप जिहड़ा वड्डा क्वेश्चन हुणे कीता उसदियां 2 लाइनां 3 लाइनां फस्ट वालियां वो तुसीं इत्थे लिख सकते हो। तो चेहरे ते खिड़ी कविता निबंध का विषय जिहड़ा है लेखक द्वारा अपनी कविता संबंधी पाठकों तो मिलण वाली प्रशंसा तो प्राप्त होने वाले आनंद संबंधी जिहड़े ने विचार ने। लेखक कहता है कि कवि करता ਅਤੇ माध्यम दोहां या दोहां ਦੇ ਵਿੱਚੋਂ ਇੱਕ ਵੀ ਹੋਣ ਦੀ ਸੂਰਤ ਦੇ ਵਿੱਚ कविता ਦੀ ਉਸਤਤ ਤੋਂ ਆਨੰਦ ਪ੍ਰਾਪਤ ਨਹੀਂ ਹੋ ਕਰ ਸਕਦਾ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਕਵਿਤਾ ਰਚਣ ਲਈ ਕਰਤਾ ਅਤੇ ਮਾਧਿਅਮ ਦੋਨਾਂ ਦੀ ਪ੍ਰਸ਼ੰਸਾ ਹੋਣੀ ਜ਼ਰੂਰੀ ਹੈ, ਇੱਕ ਦੀ ਪ੍ਰਸ਼ੰਸਾ ਹੋਣੀ ਜ਼ਰੂਰੀ ਨਹੀਂ ਹੈ। ਆਨੰਦ ਤਾਂ ਪ੍ਰਾਪਤ ਹੋਏਗਾ ਜੇ ਦੋਨੋਂ ਚੀਜ਼ਾਂ ਮੌਜੂਦ ਹੋਣਗੀਆਂ। चेहरे ते खिड़ी कविता निबंध का उद्देश्य की है, तो इसका निबंध का उद्देश्य की है कि करता ਅਤੇ माध्यम कविता च दोनों होने चाहिए हैं, ਜਾਂ ਦੋਨਾਂ ਦੇ ਵਿੱਚੋਂ ਇੱਕ ਹੋਣ ਦੀ ਸੂਰਤ ਦੇ ਵਿੱਚ ਉਹ ਜਿਹੜਾ ਹੈ ਕਵਿਤਾ ਦਾ ਉਸਤਤ ਨਹੀਂ ਮਾਣ ਸਕਦਾ। कवि अपनी कविता की प्रशंसा सुन के खुशी ਨੂੰ ਲੁਕਾਉਣ ਦਾ ਜਿਹੜਾ ਸਵਾਂਗ ਹੈਗਾ, ठीक है, वो क्यों करता है? तो कवि कविता की प्रशंसा सुन के अपनी खुशी लुकाउण का सवांग शोफ जिहड़ा है वो तां करदा है क्योंकि उसकी संस्कृति ने सिखाया है कि मनुख नूं उस्तत यानी कि प्रशंसा निंदिया दोहां तो अलग होकर रहना चाहिए। ना तो ज़्यादा प्रशंसा दे विच फुलना चाहिए है, ना ही निंदिया दे विच फुलना चाहिए, तो निराश नहीं होना चाहिए निंदिया जे थोड़ी कोई कर रहा है। लेखक अनुसार कविता के पाठक का ਹੁੰਗਾਰਾ की चीज़ है? कहते कविता की उस्तत पाठक का ਹੁੰਗਾਰਾ होंदी है जो कविता के पाठक तक पहुँचने की तस्दीक होंदा। ये प्रशंसा ਹੁੰਗਾਰਾ सुन के पाठक की अपनी रचना अर्थात कविता होंदी है तां जो वो कवि नूं सुणाउंदा है। जेकर इसनूं पढ़ के कवि का चेहरा नहीं खिड़दा तो पाठकों का भी निरादर करता, कविता का भी अपमान करता। तो इस करके पाठकों का ਹੁੰਗਾਰਾ किसी भी कविता च होना बहुत जरूरी है। लेखक कविता के नाल अपने रिश्ते बारे की कहता? लेखक कहता कि कविता नाल उसका जिहड़ा रिश्ता है वो अस्पष्ट है, उसनूं ये नहीं पता कि वह करता है या माध्यम है। ठीक है, जे वो करता है तो कविता की सिफत उसकी अपनी सिफत है ਅਤੇ ਇਸ ਨੂੰ ਸੁਣਨ ਵੇਲੇ ਉਸ ਨੂੰ ਸੰਸਕ੍ਰਿਤਿਕ ਸੰਕੋਚ ਹੋਵੇਗਾ, ਪਰ ਜੇ ਉਹ ਕਵਿਤਾ ਦਾ ਮਾਧਿਅਮ ਹੈ ਤਾਂ ਉਹ ਕਵਿਤਾ ਜਿਹੜੀ ਹੈ ਉਸ ਤੋਂ ਕਿਸੇ ਵੱਡੇ ਸਰੋਤ ਨਾਲ ਜੁੜੀ ਹੋਈ ਹੈ, ਜਿਸ ਕਰਕੇ ਉਹ ਕਵਿਤਾ ਦੀ ਸਿਫਤ ਸੁਣ ਕੇ ਪ੍ਰਸੰਨ ਨਹੀਂ ਹੋਵੇਗਾ ਕਿਉਂਕਿ ਇਹ ਉਸਦੀ ਸਿਫਤ ਨਹੀਂ ਹੋਏਗੀ। ਤਾਂ ਇਸ ਕਰਕੇ ਉਸ ਨੂੰ ਮਾਣ ਮਹਿਸੂਸ ਜ਼ਰੂਰ ਹੋਏਗਾ ਕਿ ਜਿਹੜੀ ਕਵਿਤਾ ਲਿਖਣ ਵਾਲੀ ਕਲਮ ਹੈ ਉਸਨੇ ਆਪਣੇ ਹੱਥਾਂ ਨੂੰ ਚੁੱਕੀ ਹੈ। ਬਾਣੀ ਅਤੇ ਬਾਣੀਕਾਰ ਦਾ ਆਪਸ 'ਚ ਕੀ ਰਿਸ਼ਤਾ ਕੀ ਹੈ? ਬਾਣੀ ਅਤੇ ਬਾਣੀਕਾਰ ਦਾ ਆਪਸ 'ਚ ਬਹੁਤ ਗਹਿਰਾ ਰਿਸ਼ਤਾ ਹੈ ਕਿਉਂਕਿ ਬਾਣੀ ਬਾਣੀਕਾਰ ਲਈ ਪੂਜਣਯੋਗ ਹੁੰਦੀ ਹੈ ਅਤੇ ਕਿਉਂਕਿ ਬਾਣੀ ਕੌਣ ਰਚਦਾ ਹੈ? ਬਾਣੀਕਾਰ ਹੀ। ਪ੍ਰਗਟ ਕਿਸ ਰਾਹੀਂ ਹੁੰਦੀ ਹੈ ਬਾਣੀ? ਉਸੇ ਰਾਹੀਂ ਬਾਣੀਕਾਰ ਰਾਹੀਂ ਪ੍ਰਗਟ ਹੁੰਦੀ ਹੈ ਨਾ। ਕਿਹਾ ਜਾਂਦਾ ਹੈ ਕਿ ਜਿਸ ਦਿਨ ਪੋਥੀ ਸੰਪੂਰਨ ਹੋਈ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਆਪਣਾ ਆਸਣ ਉਸ ਦਿਨ ਤੋਂ ਨੀਵਾਂ ਲਾ ਲਿਆ ਸੀ। ਤਾਂ ਰਿਸ਼ੀ ਮੁਨੀ ਭਗਤ ਸੂਫੀ ਜਿਸ ਸ਼ਬਦ ਨੂੰ ਉਚਾਰਦੇ ਸੀ ਉਸਦੀ ਮਹਿਮਾ ਵੀ ਕਰਦੇ ਸੀ, ਪ੍ਰਸ਼ੰਸਾ ਵੀ ਕਰਦੇ ਸੀ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।